ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ ਅਸੀਂ ਕਹਿੰਦੇ ਹਾਂ ਆਪਣੇ ਸੁਣਨ ਵਾਲਿਆਂ ਨੂੰ ਬਾਈਬਲ ਸਟੱਡੀ 'ਚ ਸ਼ਾਮਲ ਹੋਏ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਗੁਰੂ ਕਵਾਲ ਜੀ ਜੈ ਮਸੀਹ ਦੀ। ਜੈ ਮਸੀਹ ਦੀ। ਆਪਾਂ ਜੀ ਇੱਥੇ ਇਕੱਠੇ ਹੋਏ ਹਾਂ। ਅੱਜ ਕੱਲ੍ਹ ਆਪਾਂ ਬਾਈਬਲ ਸਟੱਡੀ ਕਰ ਰਹੇ ਹੈਗੇ ਹਾਂ ਦਾਇਕੀ ਦਸਵੰਧ ਟਾਈਟਿੰਗ ਦੇ ਉੱਪਰ ਜੀ। ਅਤੇ ਆਪਾਂ 2 ਬਾਈਬਲ ਸਟੱਡੀਆਂ ਦੇ ਵਿੱਚ ਸਵਾਲਾਂ ਦੇ ਕੁਛ ਆਪਾਂ ਨੂੰ ਜਵਾਬ ਮਿਲੇ ਹੈਗੇ ਆ, ਕੀਤੇ ਹੈਗੇ ਆ। ਅਤੇ ਹੁਣ ਅਗਲੇ ਵੀ ਬਾਈਬਲ ਸਟੱਡੀਆਂ ਹਾਲੇ 1-2 ਹੋਰ ਹੋ ਜਾਣਗੀਆਂ ਉਮੀਦ ਆ, ਅਤੇ ਹਾਲੇ ਹੋਰ ਸਵਾਲ ਬਹੁਤ ਹੈਗੇ ਆ। ਅਤੇ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਜੀ ਪੜ੍ਹਦੇ ਹੈਗੇ ਆ ਭਜਨ ਸਾਮਸ ਜ਼ਬੂਰ 148 ਦੀਆਂ 1-6 ਆਇਤਾਂ ਹੈ ਜੀ। ਅਤੇ ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪ੍ਰਭੂ ਦੀ ਜੈ, ਸਵਰਗ ਵਿੱਚ ਉਸ ਦੀ ਵਡਿਆਈ ਹੋਵੇ, ਹਾਲੇਲੂਇਆ। ਉਚਾਈਆਂ ਤੇ ਉਸ ਦੀ ਵਡਿਆਈ ਹੋਵੇ। ਉਸ ਨੇ ਸਭ ਸਵਰਗ ਦੂਤਾਂ ਤੋਂ ਉਸ ਦੀ ਵਡਿਆਈ ਕਰੋ, ਉਸ ਦੇ ਸਭ ਸਵਰਗ ਦੂਤੋਂ ਉਸ ਦੀ ਵਡਿਆਈ ਕਰੋ। ਇਸ ਤਰ੍ਹਾਂ ਹੈ, ਉਸ ਦੀ ਸਭ ਸੈਨਾਓ ਉਸ ਦੀ ਵਡਿਆਈ ਕਰੋ। ਵਾਹ। ਸੂਰਜ ਤੇ ਚੰਨ ਉਸ ਦੀ ਵਡਿਆਈ ਕਰੋ। ਸਭ ਚਮਕਦੇ ਸਿਤਾਰੋ ਉਸ ਦੀ ਵਡਿਆਈ ਕਰੋ। ਉੱਚੇ ਆਕਾਸ਼ੋ ਉਸ ਦੀ ਵਡਿਆਈ ਕਰੋ। ਆਕਾਸ਼ਾਂ ਉਤਲੇ ਪਾਣੀਓ ਉਸ ਦੀ ਵਡਿਆਈ ਕਰੋ। ਸਭ ਮਿਲ ਕੇ ਉਸ ਦੀ ਵਡਿਆਈ ਕਰਨ, ਕਿਉਂਕਿ ਉਹ ਦੀ ਆਗਿਆ ਤੇ ਹੀ ਉਹ ਰਚੇ ਗਏ ਸਨ। ਉਸ ਨੇ ਉਹਨਾਂ ਨੂੰ ਇਸ ਇੱਕ ਥਾਂ ਸਥਿਰ ਕੀਤਾ ਜਿੱਥੋਂ ਉਹ ਹੋਰ ਥਾਂ ਜਾ ਨਹੀਂ ਸਕਦੇ। ਕਿਆ ਵਾਹ ਜੀ ਵਾਹ, ਕਿਆ ਬਾਤ। ਪਰਮੇਸ਼ਰ ਪਿਤਾ, ਅਸੀਂ ਆਪ ਦੀ ਵਡਿਆਈ ਕਰਦੇ ਹਾਂ, ਆਪ ਦਾ ਸ਼ੁਕਰ ਕਰਦੇ ਹਾਂ। ਆਪ ਜੋ ਹੋ, ਆਪ ਮਹਾਨ ਪਰਮੇਸ਼ਰ ਹੋ। ਆਪ ਨੇ ਹੀ ਸਭ ਕੁਛ ਬਣਾਇਆ, ਸਭ ਕੁਛ ਰਚਿਆ। ਆਪ ਜੀ ਦੀ ਜਿੰਨੀ ਵੀ ਵਡਿਆਈ, ਜਿੰਨੀ ਵੀ ਮਹਿਮਾ ਕੀਤੀ ਜਾਏ ਥੋੜ੍ਹੀ ਹੈ ਪਰਮੇਸ਼ਰ ਪਿਤਾ। ਔਰ ਆਪ ਦੇ ਪਿਆਰ, ਦਇਆ, ਰਹਿਮ, ਕਿਰਪਾ ਦੇ ਲਈ ਆਪ ਜੀ ਦੀ ਜਿੰਨੀ ਵੀ ਵਡਿਆਈ ਕੀਤੀ ਜਾਏ ਥੋੜ੍ਹੀ ਹੈ ਪਰਮੇਸ਼ਰ ਪਿਤਾ। ਅਸੀਂ ਇਸ ਕਾਬਲ ਨਹੀਂ ਇਹੋ ਜਿਹਾ ਪਰਮੇਸ਼ਰ ਪਿਤਾ, ਸਾਡੇ ਵਿੱਚ ਕੋਈ ਖੂਬੀ ਨਹੀਂ ਜਿਸ ਕਰਕੇ ਆਪ ਨੇ ਸਾਨੂੰ ਬਚਾ ਲਿਆ, ਸਾਨੂੰ ਚੁਣ ਲਿਆ। ਸਾਡੇ ਜਨਮ ਤੋਂ ਪਹਿਲਾਂ ਹੀ ਆਪ ਨੇ ਸਾਨੂੰ ਚੁਣ ਲਿਆ, ਸਾਡੇ 'ਤੇ ਦਇਆ ਕੀਤੀ, ਰਹਿਮ ਕੀਤੀ ਪਰਮੇਸ਼ਰ ਪਿਤਾ। ਅਸੀਂ ਪਾਪੀ ਸੀ, ਅੰਧੇਰੇ ਵਿੱਚ ਸੀ, ਗੁਆਚੇ ਹੋਏ ਸੀ। ਆਪ ਨੇ ਦਇਆ ਕੀਤੀ, ਸਾਨੂੰ ਸੱਚ ਨਾਲ, ਯਿਸੂ ਮਸੀਹ ਨਾਲ ਜੋੜ ਲਿਆ। ਆਪ ਦਾ ਵਚਨ ਸੱਚਾ, ਆਪ ਦਾ ਪਵਿੱਤਰ ਆਤਮਾ ਦੁਆਰਾ ਜੋ ਪਰਮੇਸ਼ਰ ਪਿਤਾ, ਆਪ ਸੱਚ ਦੇ ਆਤਮਾ ਦੁਆਰਾ ਜੋ ਸਾਨੂੰ ਦੱਸਦੇ ਹੋ, ਸਮਝਾਉਂਦੇ ਹੋ, ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਸਾਡੇ 'ਤੇ ਇਹ ਭੇਦ ਖੋਲ੍ਹਿਆ ਕਿ ਯਿਸੂ ਮਸੀਹ ਹੀ ਰਾਹ, ਸੱਚ ਔਰ ਜ਼ਿੰਦਗੀ ਹੈ। ਆਪ ਦਾ ਸ਼ੁਕਰ ਕਰਦੇ ਹਾਂ ਯਿਸੂ ਮਸੀਹ ਨੂੰ ਇਸ ਧਰਤੀ 'ਤੇ ਭੇਜਣ ਦੀ ਖਾਤਰ। ਆਪ ਦਾ ਸ਼ੁਕਰ ਕਰਦੇ ਹਾਂ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਲਈ ਜੋ ਸਾਡੀ ਖਾਤਰ ਡੋਲਿਆ ਗਿਆ, ਸਾਰੀ ਦੁਨੀਆ ਦੀ ਖਾਤਰ ਡੋਲਿਆ ਗਿਆ, ਤਾਂ ਕਿ ਜੋ ਵੀ ਉਸ 'ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ, ਪਾਪ ਬਖਸ਼ੇ ਜਾਣ। ਆਪ ਦਾ ਇੰਨੇ ਮਹਾਨ ਉਪਕਾਰ ਦੇ ਲਈ, ਦਇਆ, ਰਹਿਮ, ਕਿਰਪਾ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਆਪ ਜੀ ਦੇ ਪਵਿੱਤਰ ਬਚਨ ਨੂੰ ਪਰਮੇਸ਼ਰ ਪਿਤਾ ਅਸੀਂ ਦੇ ਵਿੱਚੋਂ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਟਾਈਟਿੰਗ ਦੇ ਬਾਰੇ ਪਰਮੇਸ਼ਰ ਪਿਤਾ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਇਹ ਪਰਮੇਸ਼ਰ ਪਿਤਾ ਆਪ ਦੇ ਬਚਨ ਦੁਆਰਾ ਸਾਡੇ ਨਾਲ ਗੱਲਬਾਤ ਕਰੋ ਪਰਮੇਸ਼ਰ ਪਿਤਾ। ਬ੍ਰਦਰ ਕਵਾਲ ਜੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਪਵਿੱਤਰ ਆਤਮਾ ਜੀ ਸਾਡੇ ਨਾਲ ਗੱਲਬਾਤ ਕਰੋ। ਔਰ ਬ੍ਰਦਰ ਕਵਾਲ ਜੀ ਦੇ ਲਈ, ਇਹਨਾਂ ਦੇ ਜੀਵਨ ਦੇ ਲਈ, ਇਹਨਾਂ ਦੇ ਪਰਿਵਾਰ ਦੇ ਲਈ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ। ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਔਰ ਇਸੇ ਤਰ੍ਹਾਂ ਹੀ ਇਹਨਾਂ ਨੂੰ ਆਪਣੇ ਰਾਜ ਦੇ ਲਈ ਇਸਤੇਮਾਲ ਕਰਦੇ ਰਹੋ, ਹੋਰ ਵੀ ਵੱਧ ਚੜ੍ਹ ਕੇ ਇਸਤੇਮਾਲ ਕਰੋ ਪਰਮੇਸ਼ਰ ਪਿਤਾ। ਅੱਜ ਦੀ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਪਵਿੱਤਰ ਆਤਮਾ ਜੀ, ਜੋ ਕੁਛ ਵੀ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ, ਆਮੀਨ, ਆਮੀਨ। ਹਾਂਜੀ ਬ੍ਰਦਰ ਜੀ, ਆਪਾਂ ਬਾਈਬਲ ਸਟੱਡੀ ਕਰ ਰਹੇ ਹੈਗੇ ਆ ਜਿੱਦਾਂ ਟਾਈਟਿੰਗ ਦੀ, ਹੈ ਨਾ ਜੀ। ਅਤੇ ਆਪਣੀ ਇਹ ਪਹਿਲਾਂ ਵੀ ਰਿਕਾਰਡਿੰਗ ਹੋ ਚੁੱਕੀਆਂ। ਆਪਾਂ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਕਹਾਂਗੇ ਉਹ ਵੀ ਸਾਡੀਆਂ ਦੇਖਣ। ਉਸ ਦੇ ਵਿੱਚ ਕਾਫੀ ਸਵਾਲਾਂ ਦੇ ਜਵਾਬ ਮਿਲਦੇ ਆ ਔਰ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ, ਬਰਕਤ ਦੇ ਇਸ ਦੇ ਵਿੱਚ। ਅਤੇ ਹੁਣ ਆਪਾਂ ਦੇਖਦੇ ਹੈਗੇ ਹਾਂ ਜੀ ਟਾਈਟਿੰਗ ਦੇਣ ਦੀਆਂ ਕੀ ਬਰਕਤਾਂ ਕੀ ਹਨ। ਹਾਂਜੀ, ਅਤੇ ਜੇ ਨਾ ਦੇਣ ਦਾ ਵੀ ਉਹ ਵੀ ਦੇਖ ਲਾਂਗੇ, ਮੌਕਾ ਜਦੋਂ ਦੇਖ ਲਾਂਗੇ। ਇਹਦਾ ਮਤਲਬ ਹੈ ਜੈ ਮਸੀਹ ਦੀ ਜੀ, ਗੱਲ ਇਹ ਹੈ ਜਿਹੜੇ ਫਾਇਦੇ ਨੇ, ਜਿਹੜੇ ਨਹੀਂ ਦਿੰਦੇ, ਉਹ ਦੂਸਰੇ ਪਾਸੇ ਕਰ ਲਓ। ਲੇਕਿਨ ਹਾਲੇਲੂਇਆ। ਔਰ ਕਈ ਕਹਿੰਦੇ ਜੇ ਮੈਂ ਨਾ ਦੇਵਾਂ ਤਾਂ, ਹਾਂਜੀ, ਮੈਂ ਜੇ ਟਾਈਟਿੰਗ ਨਾ ਦੇਵਾਂ ਫਿਰ ਕੀ ਹੋ ਜਾਊਗਾ। ਹਾਂਜੀ, ਇਸ ਤਰ੍ਹਾਂ ਵੀ ਕਹਿੰਦੇ ਹੈਗੇ ਆ। ਹਾਂਜੀ, ਜੇ ਮੈਂ ਨਹੀਂ ਦਿੰਦਾ ਫਿਰ, ਅਤੇ ਪਹਿਲਾਂ ਆਪਾਂ ਦੇਣ ਦੀਆਂ ਬਰਕਤਾਂ 'ਤੇ ਗੱਲ ਕਰਦੇ ਹਾਂ। ਐਗਜ਼ੈਕਟਲੀ। ਅਤੇ ਉਹਨੂੰ ਇਨਸਾਨੀ ਜਾਤੀ ਤੌਰ 'ਤੇ
ਉਹਦਾ ਕੀ ਬਰਕਤ ਆ, ਜਿਹੜਾ ਚਰਚ ਟਾਈਡਿੰਗ ਦਿੰਦਾ ਉਹਦਾ ਕੀ ਬਰਕਤ ਆ। ਆਮੇਨ। ਹਾਂਜੀ Amen। ਆਪਾਂ ਇਸ ਚੀਜ਼ ਨੂੰ ਭਲਾ ਦੇਖਦੇ ਹਾਂ। ਬਹੁਤ ਅੱਛਾ, ਬਹੁਤ ਵਧੀਆ ਸਵਾਲ ਹੈ ਜੀ। ਹਾਂਜੀ ਪਹਿਲੀ ਤੇ ਅਸੀਂ ਪਿਛਲੀ ਸਟੱਡੀਜ਼ ਵਿੱਚ ਬੜਾ ਅੱਛਾ ਤੁਸੀਂ ਇਹਨੂੰ ਖੋਲਿਆ ਹਾਂਜੀ ਕਿ ਯੂਨਾਨੀ ਯਾਨੀ ਗ੍ਰੀਕ ਵਰਡ ਟੈਲੋਸ ਦਾ ਕੀ ਮਤਲਬ ਹੈ। ਹਾਂਜੀ, ਹਨਾ? ਹਾਂਜੀ, ਬਿਲਕੁਲ। ਕਿ ਉਹ ਖਤਮ ਨਹੀਂ ਹੋ ਗਏ, ਹਾਂ ਬਲਕਿ ਇੱਕ ਮਕਸਦ ਪੂਰਾ ਹੋਇਆ ਹਾਂਜੀ ਜਾਂ ਇੱਕ ਗੋਲ ਨੂੰ ਪੂਰਾ ਕਰਵਾਇਆ। ਇਹ ਤੇ ਅਸੀਂ ਪਹਿਲੀ ਦੋ ਸਟੱਡੀਜ਼ ਵਿੱਚ ਹਾਂ ਹਾਲੇਲੂਇਆ। ਦੇਖੋ ਜੀ, ਜਿਹੜਾ ਸਾਡਾ ਪਰਮੇਸ਼ਵਰ ਪਿਤਾ ਹੈ, ਪ੍ਰਭੂ ਯਿਸੂ ਹੈ, ਪਵਿੱਤਰ ਆਤਮਾ, ਉਹਨੂੰ ਪਤਾ ਹੈ ਇਨਸਾਨਾਂ ਨੂੰ ਸਾਨੂੰ ਕਿੰਜ ਬਰਕਤਾਂ ਦੇਣੀਆਂ ਨੇ, ਉਹਦੇ ਅਸੂਲ ਨੇ, ਠੀਕ ਹੈ। ਤੇ ਜਿਹੜਾ ਉਹਦਾ ਆਖਾ ਮੰਨਦਾ ਹੈ ਤੇ ਉਹਨੂੰ ਬਲੈਸਿੰਗਸ ਲਿਖੀਆਂ ਗਈਆਂ ਨੇ, ਠੀਕ ਹੈ। ਚਲੋ ਫਿਰ ਇਹਦੇ ਲਈ ਇਹ ਸਵਾਲ ਬੜਾ ਅੱਛਾ ਹੈ। ਤੇ ਤੁਸੀਂ ਕੱਢ ਲਓ ਮਲਾਕਾਈ 3 ਦੀ 10 ਤੋਂ 12, ਠੀਕ ਹੈ ਜੀ। ਇਹ ਨਾ ਸਿਰਫ ਪੁਰਾਣੇ ਨੇਮ ਦੇ ਲਈ ਹੈ, ਬਲਕਿ ਇਹ ਸਾਰਿਆਂ ਲਈ ਹੈ ਜਿਹੜੇ ਦਸਵੰਧ ਦਿੰਦੇ ਨੇ, ਟਾਇਥ ਜਾਂ ਦਾਇਕੀਆਂ ਦਿੰਦੇ ਨੇ। ਹਾਂਜੀ ਇਹ ਆਪਣੇ ਪੁਰਾਣੇ ਨੇਮ ਦਾ ਲਾਸਟ ਚੈਪਟਰ ਆ, 32 ਤੋਂ ਪਹਿਲਾਂ। ਹਾਂਜੀ ਛੋਟਾ ਜਿਹਾ ਹੈਗੀ ਇਹ ਬੁੱਕ, ਉਹਦੇ ਵਿੱਚ ਲਿਖਿਆ ਹੈ ਮਲਾਕੀ ਜੀ 3 ਦੀ 10 ਤੋਂ 12 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਸੋ ਤੁਸੀਂ ਆਪਣਾ ਪੂਰਾ ਦਸਵੰਧ ਮੰਦਰ ਵਿੱਚ ਲੈ ਕੇ ਆ, ਹਾਂਜੀ, ਤਾਂ ਜੋ ਮੇਰੇ ਘਰ ਵਿੱਚ ਭੋਜਨ ਕਾਫੀ ਹੋਵੇ। ਤੇਰੇ ਇਹ ਕਾਰਨ ਤੇ ਮੈਂ ਸਵਰਗ ਦੇ ਫਾਟਕ ਤੇਰੇ ਲਈ ਖੋਲ ਦੇਵਾਂਗਾ ਕਿ ਤੇਰੇ ਕੋਲ ਵਸਤੂ ਬਹੁਤਾਤ ਵਿੱਚ ਹੋਵੇ। ਮੈਂ ਤੇਰੀ ਫਸਲ ਨੂੰ ਕੀੜਾ ਨਹੀਂ ਲੱਗਣ ਦੇਵਾਂਗਾ ਅਤੇ ਤੇਰੀ ਅੰਗੂਰੀ ਬਾਗ ਅੰਗੂਰਾਂ ਨਾਲ ਭਰੇ ਰਹਿਣਗੇ। ਹਾਂਜੀ, ਤਦ ਸਭ ਕੌਮਾਂ ਤੇਰੀ ਧਰਤੀ ਨੂੰ ਧਨ ਕਹਿਣਗੀਆਂ, ਕਿਉਂਕਿ ਰਹਿਣ ਦੇ ਲਈ ਅਤ ਸੁਖਦਾਈ ਹੋਵੇਗੀ। ਹਾਲੇਲੂਇਆ। ਹਾਂਜੀ, ਤਾਂ ਫਿਰ ਰਹਿਣ ਦੇ ਲਈ ਧਰਤੀ ਅਤ ਸੁਖਦਾਈ ਹੋਵੇਗੀ। ਇਹ ਵਰਸਸ ਦੇ ਵਿੱਚ ਹੀ ਸਾਰਾ ਭੇਦ ਹੈ। ਔਰ ਉਹ ਭੇਦ ਕੀ ਹੈ ਕਿ ਇਹ ਆਪ ਪਿਤਾ ਪਰਮੇਸ਼ਵਰ ਇੱਕ ਗੱਲ ਕਰ ਰਿਹਾ ਹੈ ਕਿ ਜਿਹੜੇ ਦਾਇਕੀ ਦਿੰਦੇ ਨੇ ਉਹਨਾਂ ਲਈ ਇਹਦੇ ਵਿੱਚ 7 ਬਰਕਤਾਂ ਉਹਨੇ ਦੱਸ ਦਿੱਤੀਆਂ ਜੀ। ਇਹ ਜਿਹੜੀ ਵਰਸਸ ਤੁਸੀਂ ਪੜ੍ਹੀ ਹੈ, ਸੋ 10ਵੀਂ ਵਰਸ ਵਿੱਚ ਅਸੀਂ ਅਗਰ ਦੇਖੀਏ ਤੇ ਉੱਥੇ ਲਿਖਿਆ ਹੈ ਕਿ ਜਿਹੜੇ ਦਸਵੰਧ ਦਿੰਦੇ ਨੇ, ਕੌਣ ਦਿੰਦੇ ਨੇ? ਕੋਈ ਫੈਮਿਲੀ ਦਿੰਦੀ ਹੈ, ਚਰਚ ਦਿੰਦਾ ਹੈ, ਜਾਂ ਕੋਈ ਕਹਿੰਦਾ ਹੈ ਕਿ ਮੈਂ ਉਹਨਾਂ ਦੇ ਲਈ ਸਵਰਗਾਂ ਦੇ ਫਾਟਕ ਖੋਲ੍ਹ ਦਾਂਗਾ। ਇਹ ਫਾਟਕ ਦਰੀਚੇ ਯਾਨੀ ਕਿ ਖਿੜਕੀਆਂ ਦਰਵਾਜ਼ੇ ਖੋਲ੍ਹ ਦਾਂਗਾ। ਇਹਦਾ ਮਤਲਬ ਇਹ ਵੇ ਕਿ ਪਰਮੇਸ਼ਵਰ ਇਹ ਜਿਹੜੇ ਫਾਟਕ ਖੁੱਲ੍ਹਣੇ ਜਿਹੜੇ ਨੇ ਨਾ, ਇਹਦੇ ਦੁਨਿਆਵੀ ਮਤਲਬ ਇਹ ਹੈ ਕਿ ਬੰਦੇ ਨੂੰ ਬਰਕਤ ਮਿਲਦੀ ਹੈ, ਔਰ ਦੂਸਰਾ ਕਿ ਇਹ ਫਾਟਕ ਜਿਹੜੇ ਨੇ ਇਹ ਰਿਵਾਈਵਲ ਜਾਂ ਬੇਦਾਰੀ ਨੂੰ ਜ਼ਾਹਿਰ ਕਰਦੇ ਨੇ। ਅੱਛਾ ਜੀ। ਹਾਂਜੀ, ਕਿ ਜਿਹੜੇ ਲੋਕ ਦਿੰਦੇ ਨੇ ਉਹਨਾਂ ਦੇ ਘਰਾਂ 'ਚ, ਉਹਨਾਂ ਦੇ ਖਾਨਦਾਨਾਂ 'ਚ, ਉਹਨਾਂ ਦੇ ਬੱਚਿਆਂ 'ਚ, ਉਹਨਾਂ ਦੇ ਚਰਚਿਜ਼ ਵਿੱਚ ਰਿਵਾਈਵਲ ਆਉਂਦੀ ਹੈ। ਅੱਛਾ ਜੀ, ਮਤਲਬ ਕਈ ਵਾਰ ਆਪਾਂ ਜਿਹੜੇ ਫਾਟਕ ਖੋਲ੍ਹਣੇ ਆਪਾਂ ਕਹਿੰਦੇ ਆ ਦਿਓ ਟਾਈਡਿੰਗ ਤੋਂ ਫਿਜ਼ੀਕਲ ਬਰਕਤ ਦੀ ਨਾਲ ਹੀ ਇਹਦੇ ਨਾਲ ਆਪਾਂ ਜੋੜ ਲੈਂਦੇ ਹਾਂ, ਪਰ ਆਹ ਬੇਦਾਰੀ ਰਿਵਾਈਵਲ ਸਪਿਰਿਚੁਅਲ ਤੌਰ 'ਤੇ ਵੀ ਇਹਦਾ ਫਰਕ ਪੈਂਦਾ ਜੀ। ਇਹ ਇਮੋਸ਼ਨਲੀ, ਫਿਜ਼ੀਕਲ ਤੇ ਸਪਿਰਿਚੁਅਲ, ਯਾਨੀ ਕਿ ਇਮੋਸ਼ਨਲੀ ਵੀ ਜਿਹੜੇ ਸਾਡੇ ਹੈ ਨਾ, ਤੇ ਰੂਹਾਨੀ ਤੇ ਜਿਸਮਾਨੀ ਤੌਰ 'ਤੇ ਵੀ ਇਹ ਬਰਕਤ ਜਿਹੜੀ ਹੈ ਇਹ ਇੱਕ ਤਰੀਕੇ ਨਾਲ ਸਿਹਤਮੰਦ ਰੱਖਦੀ ਹੈ ਰੂਹਾਨੀ ਤੌਰ 'ਤੇ। ਅਗਰ ਚਰਚ ਦੇ ਰਿਹਾ ਹੈ ਉਹਦੇ ਵਿੱਚ ਇਹ ਰਿਵਾਈਵਲ ਆਏਗੀ। ਔਰ ਹਮੇਸ਼ਾ ਯਾਦ ਰੱਖੋ ਕਿ ਇਹ ਚਰਚਿਜ਼ ਵਿੱਚ ਆਗੂਆਂ ਦੇ ਥਰੂ ਬਲੈਸਿੰਗ ਆਉਂਦੀ ਹੈ, ਕਿਉਂਕਿ ਉਹ ਆਪਣੇ ਯਿਸੂ ਦੀਆਂ ਭੇਡਾਂ ਨੂੰ ਦੱਸਦੇ ਨੇ ਕਿ ਗੱਲ ਸੁਣੋ, ਤੁਹਾਨੂੰ ਬੜੀ ਬਰਕਤ ਮਿਲਣੀ ਹੈ ਤੇ ਰਿਵਾਈਵਲ ਆਣੀ ਜੇ ਤੁਹਾਡੇ ਕੋਲ। ਇਹ ਫਾਟਕ, ਇਹ ਸਵਰਗਾਂ ਦੇ ਚੰਗਾ ਸਵਰਗ ਸਾਰੀਆਂ ਚੀਜ਼ਾਂ ਖੋਲ੍ਹ ਦਿੰਦਾ। ਮਤਲਬ ਹੈ, ਦੇਖੋ ਅਗਰ ਇਹਨਾਂ ਨੂੰ ਦੇਖਿਆ ਜਾਏ ਤੇ ਨੂਹ ਦੇ ਤੂਫਾਨ ਵਿੱਚ ਕੀ ਹੋਇਆ,
ਇੱਕ ਉਦਾਹਰਨ ਦੇਖਦੇ ਹਾਂ, ਜੈਨਸਿਸ ਪੈਦਾਇਸ਼ ਉਤਪਤ 7:11 ਦੇ ਵਿੱਚ ਖੁਦਾ ਨੇ ਨੂੰ ਕਿਹਾ ਸੀ ਕਸ਼ਤੀ ਬਣਾ ਲੈ। ਜਦੋਂ ਕਸ਼ਤੀ ਬਣ ਗਈ ਤੇ ਪਾਣੀ ਜਿਹੜਾ ਨਾ ਕਿ ਵੱਡੇ ਸਮੁੰਦਰ ਦੇ ਸੋਤੇ ਫੁੱਟ ਨਿਕਲੇ, ਚਸ਼ਮੇ ਫੁੱਟ ਨਿਕਲੇ, ਉਧਰੋਂ ਸਵਰਗਾਂ ਤੋਂ ਵੀ ਕੀ ਕਹਿੰਦੇ ਨੇ ਉਹਦੀਆਂ ਵੀ ਖਿੜਕੀਆਂ ਖੁੱਲ੍ਹ ਗਈਆਂ। ਇਸ ਲਈ ਇਹ ਜਿਹੜਾ ਹੈ ਇਹ ਰਿਵਾਈਵਲ ਆਉਂਦੀ ਹੈ ਹਰ ਕਿਸਮ ਦੀ। ਠੀਕ ਹੈ, ਰਿਵਾਈਵਲ ਕੀ ਹੈ? ਰਿਵਾਈਵਲ ਇਹ ਕਿ ਖੁਦਾ ਦੀ ਹਜ਼ੂਰੀ ਜਿਹੜੀ ਹੈ ਉਹ ਉਸ ਚਰਚ ਵਿੱਚ, ਉਸ ਖਾਨਦਾਨ ਦੇ ਵਿੱਚ ਆ ਜਾਂਦੀ ਹੈ। ਮੂਸਾ ਨੇ ਕੀ ਕੰਮ ਕੀਤਾ? ਜਦੋਂ ਇਹ ਮੂਸਾ ਇਹ ਸਾਰੀ ਆਗਿਆਕਾਰੀ ਕਰਨ ਦੇ ਸਨ, ਕਿਉਂਕਿ ਮੂਸਾ ਨੂੰ ਖੁਦਾ ਨੇ ਹੁਕਮ ਵੀ ਦਿੱਤਾ ਸੀ ਬਾਅਦ ਵਿੱਚ ਲਿਖਤ ਦੇ ਵਿੱਚ ਕਿ ਤੁਸੀਂ ਦਸਵੰਧ ਵੀ ਦੇਣਾ। ਔਰ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਨਾਲ ਮਤਲਬ ਹੈ ਕਿ ਕਿੰਨੀ ਬਰਕਤ ਉਹਨਾਂ ਨੂੰ ਮਿਲੀ ਹੈ। ਠੀਕ ਹੈ, ਸੋ ਰਿਵਾਈਵਲ ਆਈ। ਰਿਵਾਈਵਲ ਕੀ ਸੀ ਕਿ ਮੂਸਾ ਨੇ ਖੁਦਾ ਦੀ ਅਨਾਇੰਟਿੰਗ ਹਜ਼ੂਰੀ ਨੂੰ ਸਵਰਗਾਂ ਤੋਂ ਥੱਲੇ ਲਿਆਂਦਾ। ਇਹ ਸਭ ਤੋਂ ਵੱਡੀ ਰਿਵਾਈਵਲ ਹੈ, ਇਹ ਬੇਦਾਰੀ ਹੈ। ਮਤਲਬ ਇਹ ਉਹਨਾਂ ਦੇ ਵਿੱਚ ਵਾਸ ਕਰਨਾ ਸ਼ੁਰੂ ਹੋ ਗਿਆ। ਠੀਕ, ਤੰਬੂ ਜੀ। ਹਾਂਜੀ, ਇਹਦੇ ਵਿੱਚ ਹੋਰ ਚੀਜ਼ਾਂ ਹੈਗੀਆਂ ਜੀ, ਬਾਹਰ ਜਿਹੜੇ ਪੰਜ ਤਾਂ ਪੜ੍ਹੀਆਂ ਹੈਗੀਆਂ ਜੀ, ਹਾਲਾ ਜਾ ਰਹੇ ਹਾਂ। ਇੱਕ ਬਰਕਤ ਇਹ ਵੇ ਰਿਵਾਈਵਲ ਆਈ। ਓਕੇ ਜੀ, ਠੀਕ ਹੈ, ਯਾਨੀ ਕਿ ਦਰੀਚੇ ਖੁੱਲ ਜਾਣਗੇ, ਫਾਈਨੈਂਸ਼ੀਅਲੀ ਵੀ, ਫਿਜ਼ੀਕਲ, ਇਮੋਸ਼ਨਲੀ ਤੇ ਪਰਮੇਸ਼ਵਰ ਦੇ ਕੰਮ ਵੀ। ਦੂਜੀ ਜਿਹੜੀ ਇਸ ਵਰਸ ਵਿੱਚ ਤੁਸੀਂ ਇੱਕ ਹੋਰ ਦੇਖੀਏ ਕਿ ਮੈਂ ਤੁਹਾਨੂੰ ਬਰਕਤ ਦਾਂਗਾ, ਇੰਨੀ ਬਰਕਤ ਦਾਂਗਾ ਕਿ ਤੁਹਾਡੇ ਕੋਲ ਰੱਖਣੇ ਦੀ ਜਗ੍ਹਾ ਨਾ ਹੋਏਗੀ। ਇਹਦਾ ਕੀ ਮਤਲਬ ਹੈ? ਪ੍ਰੋਸਪੈਰਿਟੀ ਹੋਏਗੀ, ਖੁਸ਼ਹਾਲੀ ਹੋਏਗੀ। ਇਹ ਖੁਸ਼ਹਾਲੀ ਨੂੰ ਜ਼ਾਹਿਰ ਕਰਦੀ ਹੈ, ਪ੍ਰੋਸਪੈਰਿਟੀ ਨੂੰ, ਕਿ ਬਰਕਤ ਦਾਂਗਾ ਇੱਥੇ ਤੱਕ ਕਿ ਓਵਰਫਲੋ ਹੋ ਗਏ। ਠੀਕ ਹੈ, ਸੋ ਯਾਨੀ ਕਿ ਦਾਇਕੀ ਦੇਣ ਵਾਲਿਆਂ ਦੇ ਖੱਤੇ ਜਿਹੜੇ ਨੇ ਉਹ ਭਰੇ ਰਹਿਣਗੇ ਇੱਥੇ ਤੱਕ ਕਿ ਉਹਨਾਂ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਹੋਏਗਾ। ਇੰਨਾ ਹੋਏਗਾ ਕਿ ਉਹ ਦਿੰਦੇ ਹੀ ਰਹਿਣਗੇ, ਕਿਉਂਕਿ ਇਹ ਉਹਦਾ ਵਾਅਦਾ ਹੈ। ਠੀਕ ਹੈ, ਤੀਸਰੀ ਚੀਜ਼ ਕਿ ਮੈਂ ਉਹ ਜਿਹੜੀ ਟਿੱਡੀਆਂ ਨੇ ਉਹਨਾਂ ਨੂੰ ਡਾਂਟਾਂਗਾ ਕਿ ਇਹਨਾਂ ਨੂੰ ਡਾਂਟਾਂਗਾ। ਮਤਲਬ ਇਹ ਟਿੱਡੀਆਂ ਜਿਹੜੀਆਂ ਨੇ ਨਾ, ਇਹ ਬੇਸਿਕਲੀ ਅਗਰ ਕਿਸੇ ਜੱਟ ਨੂੰ ਪੁੱਛੋ, ਕਿਸਾਨ ਨੂੰ ਪੁੱਛੋ, ਤੇ ਉਹਨਾਂ ਨੂੰ ਪਤਾ ਹੈ ਕਿ ਟਿੱਡੀਆਂ ਆਉਂਦੀਆਂ ਇਹ ਦੁਸ਼ਮਣ ਨੇ। ਟਿੱਡੀਦਾਰ ਜਿਹੜੇ ਫਸਲ ਨੂੰ ਖਾ ਲੈਂਦੇ। ਇਸੇ ਤਰੀਕੇ ਨਾਲ ਖੁਦਾ ਕਹਿ ਰਿਹਾ ਹੈ ਜਿਹੜੇ ਦਸਵੰਧ ਦਿੰਦੇ ਨੇ, ਦਾਇਕੀਆਂ ਦਿੰਦੇ ਨੇ, ਟਾਇਤ ਦਿੰਦੇ ਨੇ, ਮੈਂ ਦੁਸ਼ਮਣਾਂ ਨੂੰ ਜਿਹੜੇ ਐਨਮੀਜ਼ ਨੇ ਜੀ ਉਹਨਾਂ ਨੂੰ ਕੀ ਕਰਾਂਗਾ? ਡਾਂਟਾਂਗਾ। ਯਾਨੀ ਕਿ ਦੁਸ਼ਮਣ ਦੀ ਪਾਵਰਸ ਨੂੰ ਪੈਰਾਲਾਈਜ਼ ਕਰ ਦਾਂਗਾ। ਕੀ ਕਰ ਦਾਂਗਾ? ਬਿਲਕੁਲ ਉਹ ਪੈਰਾਲਾਈਜ਼ ਹੋ ਜਾਣਗੇ। ਠੀਕ ਹੈ, ਪੈਰਾਲਾਈਜ਼ ਦਾ ਕੀ ਹੋ ਗਿਆ? ਮਤਲਬ ਉਹ ਸਾਹ ਹੀ ਨਹੀਂ ਰਹੇਗਾ। ਉਹ ਖਤਮ ਹੋ ਜਾਊਗੇ, ਕੰਮ ਨਹੀਂ ਕਰ ਸਕੂਗੇ ਜੋ। ਤੇ ਉਹ ਸਾਡੀ ਜ਼ਿੰਦਗੀਆਂ ਨੂੰ ਜਿਹੜੇ ਨੇ, ਉਹ ਸਾਡੇ ਬੱਚਿਆਂ ਨੂੰ, ਸਾਡੀ ਜ਼ਿੰਦਗੀਆਂ ਨੂੰ, ਸਾਡੇ ਚਰਚ ਨੂੰ ਉਹ ਨੇੜੇ ਨਹੀਂ ਲੱਗ ਸਕਦੇ, ਕਿਉਂਕਿ ਖੁਦਾ ਡਾਂਟ ਦੇਗਾ ਕਿਹਨਾਂ ਨੂੰ? ਜਿਹੜੇ ਦਸਵੰਧ ਦਿੰਦੇ ਨੇ। ਠੀਕ ਹੈ, ਤੇ ਚੌਥੀ ਚੀਜ਼ ਇੱਥੇ ਲਿਖੀ ਦੀ ਹੈ, ਉਹ ਤੁਹਾਡੇ ਜਿਹੜਾ ਫਰੂਟ ਹੈ ਨਾ, ਹਾਂਜੀ, ਉਹਨੂੰ ਉਹ ਬਰਬਾਦ ਨਾ ਕਰੇਗਾ। ਯਾਨੀ ਦੁਸ਼ਮਣ ਜਿਹੜਾ ਹੈ ਉਹ ਜਦੋਂ ਰੱਬ ਉਹਨੂੰ ਪੈਰਾਲਾਈਜ਼ ਕਰ ਦੇਗਾ, ਬਿਲਕੁਲ ਹੀ ਉਹਦੀ ਤਾਕਤ ਨਹੀਂ ਰਹੇਗੀ, ਤੇ ਉਹ ਸਾਡੇ ਫਾਈਨੈਂਸਿਸ ਨੂੰ ਵੀ ਨਹੀਂ ਛੂ ਸਕੇਗਾ। ਕਿਉਂਕਿ ਯਾਦ ਰੱਖੋ ਕਿ ਸ਼ੈਤਾਨ ਜਿਹੜਾ ਹੈ ਉਹ ਫਾਈਨੈਂਸਿਸ ਨੂੰ ਵੀ ਚੋਰੀ ਕਰਦਾ ਹੈ। ਸੋ ਇਹ ਕਿੰਨੀ ਵੱਡੀ ਪ੍ਰੋਟੈਕਸ਼ਨ ਹੈ। ਮਤਲਬ ਜਿਹੜੀ ਅਸੀਂ ਕਮਾਈ ਕਰਦੇ ਹਾਂ ਉਹਦੇ ਵਿੱਚ ਨੁਕਸਾਨ ਨਹੀਂ ਹੋਏਗਾ। ਹਾਂਜੀ, ਨੁਕਸਾਨ ਨਹੀਂ ਹੋਏਗਾ। ਇੱਥੇ ਆਪਾਂ ਅੱਗੇ ਦੇਖਿਆ ਆਪਾਂ ਉਹਦੇ ਵਿੱਚ ਵੀ ਕਹਿੰਦੇ ਤੁਸੀਂ ਕਮਾਉਣੇ ਤਾਂ ਬਹੁਤ ਆ, ਲੇਕਿਨ ਤੁਹਾਡੇ ਘਰ ਬਰਕਤ ਨਹੀਂ ਹੈਗੀ। ਜਿੱਦਾਂ ਜੇਬਾਂ 'ਚ ਮੋਰੀਆਂ ਹੋ ਗਈਆਂ, ਪੈਸਾ ਆਉਂਦਾ ਚਲੇ ਜਾਂਦਾ, ਪੈਸਾ ਆਉਂਦਾ ਚਲੇ ਜਾਂਦਾ, ਬਿਮਾਰੀਆਂ ਚਲਾ ਜਾਂਦਾ, ਥੋੜ ਦੀ ਥੋੜ, ਕੋਈ ਨੁਕਸਾਨ ਹੋ ਗਿਆ, ਕਦੀ ਕੁਛ ਹੋ ਗਿਆ। ਹਾਂਜੀ ਜੀ, ਇਸ ਕਹਾਵਤਾਂ 'ਚ ਬੜੀ ਸੋਹਣੀ ਵਰਸ ਲਿਖੀ ਹੈ ਕਿ ਜਿਹੜੀ ਦੌਲਤ ਪਰਮੇਸ਼ਵਰ ਵੱਲੋਂ ਹੁੰਦੀ ਹੈ ਜਾਂ ਜਿਹਦੇ ਵਿੱਚ ਅਸੀਂ ਉਹਨੂੰ ਪਾਰਟਨਰ ਬਣਾ ਲੈਂਦੇ ਹਾਂ, ਉਹਦੇ 'ਚ ਉਹ ਦੁੱਖ ਨਹੀਂ ਮਿਲਦਾ ਹੈ। ਇਹ ਬਿਮਾਰੀਆਂ ਤੇ
ਉਹ ਵੱਧਦੀ ਚਲੀ ਜਾਂਦੀ ਹੈ। ਠੀਕ ਹੈ, ਇਸ ਲਈ ਉਹ ਦੁਸ਼ਮਣ ਜਿਹੜਾ ਹੈ, ਸ਼ੈਤਾਨ ਜਿਹੜਾ ਹੈ, ਉਹ ਸਾਡੇ ਫਾਈਨੈਂਸਿਸ ਨੂੰ ਵੀ ਚੋਰੀ ਨਹੀਂ ਕਰ ਸਕਦਾ। ਉੱਥੇ ਬਲੈਸਿੰਗ ਰਹੇਗੀ, ਦੁਨੀਆ ਉੱਤੇ ਰਿਸੈਸ਼ਨ ਆ ਜਾਏਗੀ, ਹਾਲਾਤ ਮੁਲਕਾਂ ਦੇ ਭੈੜੇ ਹੋ ਜਾਂਦੇ ਨੇ, ਲੇਕਿਨ ਉਹਨਾਂ ਕੋਲ ਪੈਸਾ ਰਹਿੰਦਾ ਹੈ, ਉਹ ਖੁਸ਼ਹਾਲ ਰਹਿੰਦੇ ਨੇ ਤੇ ਦੂਜਿਆਂ ਦੀ ਮਦਦ ਕਰਦੇ ਨੇ। ਤੇ ਫਿਰ ਅੱਗੇ ਜੀ ਇਹ 11ਵੀਂ ਆਇਤ ਸੀਗੀ, ਤੇ 11ਵੀਂ ਆਇਤ 'ਚ ਇੱਕ ਹੋਰ ਹੈ ਕਿ ਤੁਹਾਡੇ ਜਿਹੜੇ ਪਾਕਿਸਤਾਨ ਨੇ ਉਹਨਾਂ ਦਾ ਫਲ ਕੱਚਾ ਨਹੀਂ ਡਿੱਗੇਗਾ। ਮੀਨਸ ਕੀ ਲਿਖਿਆ ਉੱਥੇ 11ਵੀਂ ਵਰਸੇ 'ਚ? ਮੈਂ ਤੇਰੀ ਫਸਲ ਨੂੰ ਕੀੜਾ ਨਹੀਂ ਲੱਗਣ ਦੇਵਾਂਗਾ, ਤੇਰੇ ਅੰਗੂਰੀ ਬਾਗ ਅੰਗੂਰਾਂ ਨਾਲ ਭਰੇ ਰਹਿਣਗੇ। ਅੱਛਾ ਜੀ, ਮਤਲਬ ਡਿੱਗੂਗੇ ਨਹੀਂ, ਹੈ ਨਾ? ਡਿੱਗੂਗੇ ਨਹੀਂ, ਯਾਨੀ ਕਿ ਇਹਦਾ ਮਤਲਬ ਇਹ ਵੇ ਕਿ ਇਹ ਜਿਹੜਾ ਪਾਕਿਸਤਾਨ ਹੈ ਅੰਗੂਰੀ, ਇਹ ਖਾਨਦਾਨ ਨੂੰ ਜ਼ਾਹਿਰ ਕਰ ਰਿਹਾ ਹੈ। ਪ੍ਰਭੂ ਯਿਸੂ ਮਸੀਹ ਨੇ ਸੰਤ ਯੂਹੰਨਾ ਉਹਦੀ 15:5 ਵਿੱਚ ਕਿਹਾ ਸੀ ਕਿ ਅੰਗੂਰ ਦਾ ਦਰਖਤ ਮੈਂ ਹਾਂ ਤੇ ਤੁਸੀਂ ਡਾਲੀਆਂ ਹੋ। ਸੋ ਇਹ ਖੁਦਾ ਜਿਹੜਾ ਪਰਮੇਸ਼ਵਰ ਹੈ ਉਹ ਕਹਿੰਦਾ ਹੈ ਗੱਲ ਇਹ ਵੇ ਕਿ ਤੁਹਾਡੇ ਖਾਨਦਾਨ ਵੀ ਸੇਫ ਰਹਿਣਗੇ, ਤੁਹਾਡੇ ਬੱਚੇ ਵੀ ਸੇਫ ਰਹਿਣਗੇ, ਤੇ ਉਹ ਉਹਨਾਂ ਨੂੰ ਸ਼ੈਤਾਨ ਚੋਰੀ ਨਹੀਂ ਕਰਨੇ ਪਾਏਗਾ, ਯਾਨੀ ਕਿ ਨਾ ਮੌਤ ਉਹਨਾਂ ਦੇ ਨੇੜੇ ਆਏਗੀ। ਕੱਚੇ ਕੀ ਹੁੰਦੇ ਨੇ, ਹੈ ਨਾ? ਇਹ ਬਹੁਤ ਵੱਡੀ ਬਲੈਸਿੰਗ ਹੈ ਕਿ ਉਹਨਾਂ ਦੇ ਬੱਚੇ ਵੀ ਵੱਧਦੇ ਫੁੱਲਦੇ ਰਹਿਣਗੇ ਰੱਬ ਦੀ ਪ੍ਰੋਟੈਕਸ਼ਨ ਦੇ ਵਿੱਚ। ਹਾਂਜੀ, ਕੁਝ ਕਹਿ ਰਹੇ? ਹਾਂ, ਮੈਂ ਇਹ ਵੀ ਸੁਣਨ ਵਿੱਚ ਆਉਂਦਾ ਸੀ ਜਦੋਂ ਵੈਸੇ ਆਪਾਂ ਦੱਸਦੇ ਹੈਗੇ ਨਾ, ਅਗਲਾ ਮੂਹਰੇ ਕਈ ਵਾਰ ਕਹਿ ਦਿੰਦਾ ਜੀ ਇਹ ਤਾਂ ਅਸੀਂ ਕਿਹੜਾ ਹੁਣ ਖੇਤੀ ਕਰਦੇ, ਅਸੀਂ ਤਾਂ ਜੌਬਾਂ ਕਰਦੇ ਹਾਂ, ਹੁਣ ਕੀੜਾ ਕੂੜਾ ਸਾਡੇ ਕੀ ਲੱਗਣਾ ਹੈ, ਇਸ ਤਰ੍ਹਾਂ ਵੀ ਕਹਿੰਦੇ ਹੈਗੇ ਜੀ। ਇਹ ਬਾਈਬਲ ਦੇ ਵਿੱਚ ਤੇ ਤਾਂ ਫਸਲ, ਹੁਣ ਸਾਡੀ ਕੋਈ ਫਸਲ ਅਸੀਂ ਤਾਂ ਜੌਬ ਕਰਦੇ ਹਾਂ, ਸਾਡੀ ਤਾਂ ਅਸੀਂ ਕਿਹੜਾ ਹੁਣ ਫਾਰਮਿੰਗ ਕਰਦੇ ਹੈਗੇ ਆ, ਉਹ ਇਸ ਤਰ੍ਹਾਂ ਲੈ ਲੈਂਦੇ ਹੈਗੇ ਆ। ਦੇਖੋ ਬਾਈਬਲ ਦੇ ਵਿੱਚ ਇਹ ਜਿਹੜੇ ਦਰਖਤ ਨੇ ਇਹਨਾਂ ਦੇ ਕੋਈ ਮਾਇਨੇ ਨੇ। ਮਸਲਨ ਅੰਗੂਰ ਦਾ ਦਰਖਤ ਪ੍ਰਭੂ ਯਿਸੂ ਨੂੰ ਕਿਹਾ ਗਿਆ, ਤੇ ਜਿਹੜੇ ਉਹਦੇ ਤੇ ਵਿਸ਼ਵਾਸ ਰੱਖਦੇ ਨੇ ਉਹ ਡਾਲੀਆਂ ਨੇ। ਇਹ ਖਜੂਰ ਦਾ ਦਰਖਤ ਜਿਹੜਾ ਹੈ ਇਹ ਧਰਮੀਆਂ ਨੂੰ ਕਿਹਾ ਗਿਆ ਵਚਨ ਵਿੱਚ। ਠੀਕ ਹੈ, ਜ਼ੈਤੂਨ ਦਾ ਤੇ ਅੰਜੀਰ ਦਾ ਦਰਖਤ ਬਨੀ ਇਸਰਾਈਲ ਨੂੰ ਕਿਹਾ ਗਿਆ। ਸੋ ਇੱਥੇ ਵਿਨਯਾਰਡ ਦਾ ਮਤਲਬ ਇਹ ਵੇ ਖਾਨਦਾਨ ਹੈ, ਕਿਉਂਕਿ ਪ੍ਰਭੂ ਯਿਸੂ ਨੇ ਖੁਦ ਹੀ ਉਦਾਹਰਨ ਦਿੱਤੀ ਕਿ ਮੈਂ ਕੀ ਹਾਂ, ਅੰਗੂਰ ਦਾ ਦਰਖਤ ਹਾਂ ਤੇ ਤੁਸੀਂ ਡਾਲੀਆਂ ਹੋ, ਯਾਨੀ ਕਿ ਇਹ ਖਾਨਦਾਨ ਦੀ ਗੱਲ ਹੋ ਰਹੀ ਹੈ। ਸੋ ਪਰਮੇਸ਼ਵਰ ਦਾ ਇਹ ਵਾਅਦਾ ਹੈ ਕਿ ਤੁਹਾਡੇ ਬੱਚਿਆਂ ਨੂੰ, ਤੁਹਾਡੇ ਖਾਨਦਾਨਾਂ ਉੱਤੇ ਕਿਸੇ ਕਿਸਮ ਦਾ ਸਰਾਪ ਕੋਈ ਵੀ ਨਹੀਂ ਪਾ ਸਕਦਾ, ਤੇ ਮੈਂ ਉਹਨਾਂ ਦੀ ਹਿਫਾਜ਼ਤ ਕਰਾਂਗਾ, ਸੇਫ ਕਰਾਂਗਾ। ਔਰ ਇਹ ਲਿਖਿਆ ਹੈ ਕਿ ਖੁਦਾ ਫਰਮਾ ਰਿਹਾ, ਪਰਮੇਸ਼ਵਰ ਫਰਮਾਉਂਦਾ ਹੈ। ਤੇ 12ਵੀਂ ਆਇਤ ਪੜ੍ਹ ਦਿਓ। ਹਾਂਜੀ, ਫਿਰ ਲਿਖਿਆ ਹੈਗਾ 12ਵੀਂ ਆਇਤ ਮਲਾਕੀ 3:12 ਵਿੱਚ ਲਿਖਿਆ ਹੈਗਾ, ਤਦ ਸਭ ਕੌਮਾਂ ਤੇਰੀ ਧਰਤੀ ਨੂੰ ਧਨ ਕਹਿਣਗੀਆਂ, ਕਿਉਂਕਿ ਰਹਿਣ ਦੇ ਲਈ ਅਤ ਸੁਖਦਾਈ ਹੋਵੇਗੀ। ਹਾਂਜੀ, ਧਰਤੀ ਸੁਖਦਾਈ ਹੋਵੇਗੀ। ਹਾਂਜੀ, ਗੱਲ ਇਹ ਹੈ ਕਿ ਇਹ ਜਿਹੜੀ ਕਹਿ ਲਓ ਕਿ ਸਭ ਕੌਮਾਂ ਅੱਗੇ ਅਸੀਂ ਕੀ ਹੋਵਾਂਗੇ, ਮੁਬਾਰਕ ਹੋਵਾਂਗੇ। ਇਸ ਲਈ ਕਿ ਜਿਹੜੇ ਦਸਵੰਧ ਦਿੰਦੇ ਨੇ ਉਹਨਾਂ ਉੱਤੇ ਖੁਦਾ ਦਾ ਤੇਜ ਠਹਿਰਿਆ ਜਾਂਦਾ ਹੈ, ਔਰ ਉਹ ਉਹਨਾਂ ਵਿੱਚ ਰੂਹਾਨੀ ਜਿਹੜੀਆਂ ਬਰਕਤਾਂ ਨੇ ਉਹ ਦੂਸਰੇ ਕੌਮਾਂ ਵੇਖ ਕੇ ਹਿਸਾਬ ਲਾਉਂਦੀਆਂ ਨੇ। ਜਿਸ ਤਰੀਕੇ ਨਾਲ ਇਹ ਹੁਣ ਵੀ ਤੁਸੀਂ ਦੇਖ ਲਓ, ਬਨੀ ਇਸਰਾਈਲ ਕੌਮ ਜਿਹੜੀ ਹੈਗੀ ਹੈ, ਉਹ ਖੁਦਾ ਨੇ ਉਹਦੇ ਨਾਲ ਵਾਅਦਾ ਕੀਤਾ ਤੁਸੀਂ ਸਰ ਹੋਗੇ ਦੁਗਣਾ ਹੋਗੇ, ਤੁਸੀਂ ਕੌਮਾਂ ਨੂੰ ਕਰਜ਼ ਦੋਗੇ ਤੇ ਖੁਦ ਕਿਸੇ ਦੇ ਕਰਜ਼ਦਾਰ ਨਹੀਂ ਹੋਗੇ। ਇਹ ਬਲੈਸਿੰਗ ਉਹਨਾਂ ਨੂੰ ਅੱਜ ਵੀ ਵੇਖ ਰਹੇ ਹਾਂ, ਪੂਰੀ ਦੁਨੀਆ 'ਤੇ ਛਾਏ ਨੇ। ਛੋਟਾ ਜਿਹਾ ਮੁਲਕ ਹੈ, ਸੋ ਖੁਦਾ ਜਿਹੜੀ ਗੱਲ ਕਰਦਾ ਹੈ ਨਾ ਉਹਦੇ 'ਤੇ ਉਹ ਸਟੈਂਡ ਲੈਂਦਾ ਹੈ। ਸੋ ਇਹ ਕੌਮਾਂ ਜਿਹੜੀਆਂ ਨੇ ਨਾ ਉਹ ਸਾਡੀ ਰੂਹਾਨੀ ਬਰਕਤਾਂ ਵੀ ਦੇਖ ਕੇ, ਸਾਡੇ ਖਾਨਦਾਨ ਦੀਆਂ, ਸਾਡੇ ਚਰਚਿਸ ਦੀਆਂ, ਹੈ ਜੀ, ਉਹ ਕਹਿਣਗੇ ਵਾਕਈ ਇਹਨਾਂ 'ਚ ਰੱਬ ਹੈਗਾ। ਫਿਰ 12ਵੀਂ ਆਇਤ 'ਚ ਹੈ ਕਿ ਤੁਸੀਂ ਇੱਕ 7ਵੀਂ, ਇਹਦਾ ਮਤਲਬ ਜੇ ਅੱਜ ਕੋਈ ਜਿੱਥੇ ਵੀ ਰਹਿ ਰਿਹਾ ਹੈਗਾ ਹੈ, ਬੜਾ ਉਹਦਾ ਜੀਵਨ ਸੁਖਦਾਈ ਨਹੀਂ ਹੈਗਾ, ਉਹਦੇ ਲਈ ਧਰਤੀ ਸੁਖਦਾਈ ਨਹੀਂ ਹੈਗੀ ਜੀ, ਤੇ ਹਾਂਜੀ, ਤੇ ਜਾਂ ਫਿਰ ਜਿਹੜੇ ਨੁਕਸਾਨ ਉਦੋਂ ਗੱਲ ਕਰ ਲਾਂਗੇ। ਹਾਂਜੀ, ਤੇ ਜੇ ਸੁਖਦਾਈ ਜੀਵਨ ਰਹਿਣਾ, ਜੇ ਧਰਤੀ ਚਾਹੁੰਦੇ ਆ ਸੁਖਦਾਈ, ਤੇ ਆਹ ਉਹਦਾ ਵਾਅਦਾ ਹੈ ਪਰਮੇਸ਼ਰ ਦਾ। ਹਾਂਜੀ, ਦੇਖੋ ਜਦੋਂ ਸੁਖਦਾਈ ਨਹੀਂ ਹੁੰਦੀ, ਹਵਾ ਤੇ ਆਦਮ ਕੋਲੋਂ ਪਾਪ ਹੋ ਗਿਆ,
ਤੇ ਉਹ ਹੀ ਧਰਤੀ ਜਿਹੜੀ ਚੰਗੀ ਚੀਜ਼ਾਂ ਉਗਾਉਂਦੀ ਸੀ ਤੇ ਉਹ ਕੀ ਹੋ ਗਿਆ, ਉਹ ਕੰਡੇ ਤੇ ਊਂਟ ਕਟਾਰੇ ਉਗਾਉਣ ਸ਼ੁਰੂ ਹੋ ਗਈ। ਬਿਲਕੁਲ। ਤੇ ਉਹਨਾਂ ਦੀਆਂ ਫਿਰ ਉਹ ਸਰਾਪ ਆ ਜਾਂਦਾ ਹੈ, ਸਰਾਪ ਆ ਜਾਂਦਾ ਹੈ। ਔਰ ਫਿਰ ਜਦੋਂ ਯਿਸੂ ਨੇ ਉਹੀ ਕੰਡੇ ਲਏ ਆਪਣੇ ਸਿਰ ਤੇ ਰੱਖੇ ਤੇ ਉਹਦੀ ਵੀ ਕੀਮਤ ਦੇ ਦਿੱਤੀ ਇਬਰਾਨੀਆਂ 9 ਦੀ 22 ਦੇ ਵਿੱਚ ਕਿ ਹੁਣ ਬਹਾਏ ਬਗੈਰ ਮਾਫੀ। ਸੋ ਗੱਲ ਇਹ ਹੈ ਜਿਹੜਾ ਸੁਖਦਾਈ ਜੀਵਨ ਆਗਿਆਕਾਰੀ ਦੇ ਨਾਲ ਹੈ। ਹਾਂਜੀ, ਆਗਿਆਕਾਰੀ। ਅਗਰ ਉਹਨੇ ਆਦਮ ਨੇ ਆਗਿਆ ਨਹੀਂ ਮੰਨੀ ਤੇ ਉਹਨੂੰ ਮੁਸ਼ਕਲਾਂ ਵਿੱਚ ਰਹੇ। ਬਿਲਕੁਲ। ਤੇ ਅੱਜ ਜੇ ਸੁਖਦਾਈ ਜੀਵਨ ਕੋਈ ਮਸੀਹੀ ਨਹੀਂ ਜੀ ਰਿਹਾ ਤੇ ਉਹਨੂੰ ਆਪਾਂ ਨੂੰ ਆਪਣੇ ਆਪ ਨੂੰ ਓਬੀਡੀਐਂਸ ਵਿੱਚ ਜਾਂਚਣ ਦੀ ਲੋੜ ਆ ਕਿ ਆਪਾਂ ਓਬੀਡੀਐਂਸ ਆਗਿਆਕਾਰੀ ਦੇ ਵਿੱਚ ਜੀ ਰਹੇ ਹੈਗੇ ਆ, ਕਿ ਸਾਡੀ ਫਸਲ ਨੂੰ ਕੀੜਾ ਤਾਂ ਨਹੀਂ ਖਾ ਰਿਹਾ, ਕੰਮ ਬਹੁਤ ਕਰ ਰਹੇ ਹੈਗੇ ਆ, ਬਰਕਤ ਨਹੀਂ ਹੈਗੀ, ਜੀਵਨ ਸੁਖਦਾਈ ਨਹੀਂ ਹੈਗਾ, ਪਰੇਸ਼ਾਨੀਆਂ ਦੇ ਵਿੱਚ ਆ, ਕੀ ਅਸੀਂ ਆਹ ਕਰ ਰਹੇ ਹੈਗੇ ਆ, ਆਗਿਆਕਾਰੀ ਹੈਗੀ ਆ, ਕਿ ਅਸੀਂ ਪਾਰਟਨਰ ਬਣਾਇਆ ਪਰਮੇਸ਼ਰ ਨੂੰ। ਹਾਂਜੀ, ਤੇ ਇਹ ਸਾਡੇ ਲਈ ਬਹੁਤ ਜ਼ਰੂਰੀ ਹੈਗਾ। ਕਿ ਕਹਿੰਦਾ ਮੈਨੂੰ ਅਜਮਾ ਕੇ ਦੇਖ, ਆਪਾਂ ਹਲੇ ਉਹ ਨਹੀਂ। ਹਾਂਜੀ, ਕਹਿੰਦਾ ਮੈਨੂੰ ਅਜਮਾ ਕੇ ਦੇਖ ਤੈਨੂੰ ਜਗ੍ਹਾ ਰੱਖਣ ਨੂੰ। ਦੇਖੋ ਇਹ ਬੜੀ ਵੱਡੀ ਗੱਲ ਹੈ। ਹਾਂਜੀ, ਖੁਦਾ ਨੂੰ ਅਜ਼ਮਾਉਣਾ ਨਹੀਂ ਚਾਹੀਦਾ। ਖੁਦਾ ਨੇ ਯਿਸੂ ਮਸੀਹ ਨੂੰ ਜਦੋਂ ਸ਼ੈਤਾਨ ਨੇ ਕਿਹਾ ਕਿ ਉਹ ਲਿਖਿਆ ਆਵੇ, ਤੇ ਉਹ ਕੀ ਹੋਇਆ? ਬਿਲਕੁਲ, ਕਿ ਤੂੰ ਤੇਰੇ ਲਈ ਆ ਲਿਖਿਆ। ਉਹਨੇ ਕਿਹਾ ਗੱਲ ਸੁਣੋ, ਖੁਦਾਵੰਦ ਆਪਣੇ ਖੁਦਾ ਦੀ ਅਜ਼ਮਾਇਸ਼ ਨਹੀਂ ਕਰਨੀ, ਪਰ ਇੱਥੇ ਇੱਕ ਚੈਲੰਜ ਦੇ ਰਿਹਾ ਖੁਦਾ ਕਿ ਮੈਨੂੰ ਅਜ਼ਮਾ ਕੇ ਤੇ ਵੇਖੋ, ਇੱਥੇ ਤੱਕ ਮੈਂ ਤੁਹਾਨੂੰ ਭਰ ਦਾਂਗਾ ਹਰ ਤਰੀਕੇ ਨਾਲ ਕਿ ਤੁਹਾਡੇ ਕੋਲ ਰੱਖਣ ਦੀ ਜਗ੍ਹਾ ਨਾ ਹੋਏਗੀ। ਤੇ 7ਵੀਂ ਜਿਹੜੀ ਬਲੈਸਿੰਗ ਹੈ ਨਾ ਕਿ ਤੁਸੀਂ ਪੰਜਾਬੀ ਦੇ ਵਿੱਚ ਨਹੀਂ ਹੈਗਾ ਅਜਮਾ ਕੇ ਦੇਖ, ਇੰਗਲਿਸ਼ ਦੇ ਵਿੱਚ ਹੈਗਾ ਟੈਸਟ ਮੀ, ਜਿਹੜੀ ਟ੍ਰਾਂਸਲੇਸ਼ਨ ਇਹ ਪੂਰੀ ਸਹੀ ਨਹੀਂ ਹੈਗੀ। ਕੋਈ ਗੱਲ ਨਹੀਂ, ਕਹਿੰਦਾ ਮੈਨੂੰ ਅਜਮਾ ਕੇ ਦੇਖ। 10 ਦੀ 10 ਵਿੱਚ ਹੈਗਾ। ਹਾਂਜੀ, ਤੇ ਹੁਣ 7ਵੀਂ ਜਿਹੜੀ ਹੈ ਨਾ ਬਲੈਸਿੰਗ 12ਵੀਂ ਆਇਤ ਵਿੱਚ ਕਿ ਐਸੇ ਲੋਕ ਹੋ ਗਏ ਜਿਹਦੀ ਦੁਨੀਆ ਖਾਹਿਸ਼ ਕਰੇਗੀ ਕਿ ਇਹਨਾਂ ਨਾਲ ਮਿਲੀਏ, ਹੈ ਨਾ। ਯਾਨੀ ਐਸੇ ਲੋਕ ਜਿਨ੍ਹਾਂ ਵਿੱਚੋਂ ਖੁਦਾ ਆਪਣਾ ਤੇਜ ਜਲਾਲ ਜਿਹੜਾ ਹੈ ਉਹ ਜ਼ਾਹਿਰ ਕਰਦਾ ਹੈ। ਕਿਉਂਕਿ ਬਾਈਬਲ ਵਿੱਚ ਲਿਖਿਆ ਹੈ, ਦੇਖੋ ਨਾ ਰੋਮੀਓ 8 ਦੀ 19 'ਚ ਪੜ੍ਹੋ ਕਿ ਇਹ ਜਦੋਂ ਇਹ ਬਲੈਸਿੰਗ ਹੁੰਦੀ ਹੈ ਆਗਿਆਕਾਰੀ, ਯਾਨੀ ਕਿ ਇਹ ਰੱਬ ਦਾ ਹੁਕਮ ਹੈ, ਇਹ ਖਾਲੀ ਯਹੂਦੀਆਂ ਲਈ ਨਹੀਂ ਸੀ, ਠੀਕ ਹੈ, ਇਹ ਹਰ ਇੱਕ ਲਈ ਹੈ। ਤੇ ਇਹ ਬਲੈਸਿੰਗ ਜਿਹੜੀ ਹੈ ਵੇਖੋ, ਇਹ ਰੂਹਾਨੀ ਤੌਰ 'ਤੇ ਜਦੋਂ ਨਿਯਮਤਾਂ ਬੰਦੇ ਉਸ ਖਾਨਦਾਨ ਦੇ ਵਿੱਚ, ਉਸ ਬੰਦੇ 'ਚ, ਉਸ ਚਰਚ ਵਿੱਚ, ਇਹ ਸਾਰੀਆਂ ਬਲੈਸਿੰਗਸ ਨੇ। ਤੇ ਫਿਰ ਲੋਕ ਕੀ ਕਹਿੰਦੇ ਨੇ, ਉਹਨਾਂ ਦੀ ਰਾਹ ਦਿੰਦੇ ਰਹਿੰਦੇ ਨੇ, ਉਹ ਖਾਹਿਸ਼ ਕਰਦੇ ਨੇ ਇਹਨਾਂ ਨਾਲ ਮਿਲੀਏ। ਹਾਂਜੀ, ਆਪਾਂ ਰੋਮੀਓ 8 ਦੀ 19 ਵਿੱਚ ਲਿਖਿਆ ਹੈ, ਰੋਮੀਓ 8 ਦੀ 19, ਸਾਰੀ ਸ੍ਰਿਸ਼ਟੀ ਬੜੇ ਉਤਸ਼ਾਹ ਪੂਰਵਕ ਪਰਮੇਸ਼ਰ ਦੇ ਪੁੱਤਰਾਂ ਨੂੰ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ। ਠੀਕ ਹੈ। ਸੋ ਇਹ 7 ਬਰਕਤਾਂ ਨੇ ਜਿਹਦੇ ਬਾਰੇ 'ਚ ਅਸੀਂ ਦੇਖਿਆ, ਤੇ ਇਹ ਖੁਦਾ ਨੇ ਨਾਲ ਕਿਹਾ ਹੈ ਕਿ ਮੈਨੂੰ ਕੀ ਕਰੋ, ਅਜ਼ਮਾ ਲਓ। ਉਹ ਕਰਕੇ ਤੇ ਵੇਖ, ਅਜ਼ਮਾ। ਸੋ ਇਹ ਬਰਕਤਾਂ ਨੇ। ਜੀ, ਤੇ ਆਪਾਂ ਹੋ ਗਿਆ ਜੀ ਹਲੇ ਜੀ, ਇਹਦੇ ਵਿੱਚ ਕੋਈ ਸਵਾਲ ਹੈ ਤੇ ਦੱਸੋ। ਨਹੀਂ, ਬਸ ਇਹੀ ਹੈ ਜੀ। ਤੇ ਕਈ ਵਾਰੀ 7 ਬਲੈਸਿੰਗਸ ਜਿਹੜੀਆਂ ਨੇ, ਇੱਕ ਵਾਰੀ ਫਿਰ ਗਿਣਾਓ ਜੀ ਕਿਹੜੇ ਸੀਗੇ। ਹਾਂਜੀ, ਨੰਬਰ 1 ਜਿਹੜੀ ਹੈ ਉਹ ਅਸਾਂ ਦੇਖੀ ਸੀ ਕਿ ਨੰਬਰ 1 ਬੇਦਾਰੀ ਆਉਂਦੀ ਹੈ, ਰਿਵਾਈਵਲ। ਠੀਕ ਹੈ। ਨੰਬਰ 2 ਜਿਹੜੀ ਹੈ ਉਹ ਪ੍ਰੋਸਪੈਰਿਟੀ ਆਉਂਦੀ ਹੈ, ਇਮੋਸ਼ਨਲੀ, ਫਿਜ਼ੀਕਲੀ ਔਰ ਸਪਿਰਿਚੁਅਲੀ। ਤੀਸਰਾ ਜਿਹੜਾ ਹੈ ਉਹ ਵੇ ਕਿ ਦੁਸ਼ਮਣ ਨੂੰ ਖੁਦਾ ਪੈਰਾਲਾਈਜ਼ ਕਰ ਦਿੰਦਾ ਹੈ, ਉਹ ਥੋਥਾ ਕਰ ਦਿੰਦਾ ਹੈ। ਮਤਲਬ ਜਿਸ ਤਰ੍ਹਾਂ ਨੇ ਇੰਝ ਉਹਦੀ ਤਾਕਤ ਘੱਟ ਹੋ ਜਾਂਦੀ ਹੈ। ਜਿਸ ਤਰੀਕੇ ਨਾਲ ਡੈਨੀਅਲ ਸ਼ੇਰਾਂ ਦੇ ਅੱਗੇ ਸੀ ਤੇ ਉਹ ਖੁਦਾ ਨੇ ਦੂਤ ਘੱਲ ਕੇ ਤੇ ਵੇਖੋ ਉਹਨਾਂ ਦੇ ਮੂੰਹ ਕੀ ਕਹਿੰਦੇ ਨੇ, ਬੰਦ ਕਰ ਦਿੱਤੇ, ਖੁੱਲ੍ਹ ਗਏ। ਠੀਕ ਹੈ, ਇਸ ਤਰ੍ਹਾਂ ਉਹ ਨੁਕਸਾਨ ਨਹੀਂ ਪਹੁੰਚਾ ਸਕਦੇ। ਠੀਕ ਹੈ, ਤੀਸਰੀ ਇਹ ਹੋ ਗਈ। ਤੇ ਚੌਥੀ ਆਪਾਂ ਦੇਖੀ ਸੀ ਇਹ ਵਰਸਿਸ ਦੇ 'ਚ ਕਿਹੜੀ ਵੇਖੀ ਸੀ ਕਿ ਉਹ ਸਾਡਾ ਜਿਹੜੇ ਫਾਈਨੈਂਸਿਸ ਨੇ, ਹੈ ਨਾ, ਯਾਨੀ ਫਰੂਟ, ਉਹਨਾਂ ਨੂੰ ਬਰਬਾਦ ਨਹੀਂ, ਪੈਸਾ ਵੀ ਨਹੀਂ ਸਾਡਾ ਚੋਰੀ ਕਰਨ ਦੇਗਾ। ਮਿਸਾਲ ਦੇ ਤੌਰ 'ਤੇ ਸ਼ੈਤਾਨ ਚੋਰੀ ਵੀ ਕਰਦਾ ਹੈ,
बीमारी लिया के और वैसे भी असी अगर ये आग्याकारी च नहीं हाँ तो फिर पंजवां ये वे कि साढ़े जड़े कह ले खानदाना भी वो बच्चों सारे खानदाना प्रोटैक्ट करता है। जिस तरह प्रभु यसू ने ना यूहन्ना 15:5 कहा कि अंगूर का दरख्त मैं तुसी डालियां एक फैमिली शो कर रहा है। फैमिली की प्रोटैक्शन है, साढ़े बच्चों की प्रोटैक्शन है। ठीक है। फिर 6वीं जड़ी सी कि वो ये वे कि सब कौमां सानू मुबारक कहणगियां हैं, यानी साढ़े च रूहानी बरकतां भी दे के किसी नूं बदरूआं ना जकड़िया, किसी नूं बीमारियां ने, ये असी रूहानी तौर ते लोकां नूं असी प्रॉस्पर होने आ ते असी लोकां लई बरकत दा बायस होने आ। ते फिर अगे इहो जे लोग बन जाने आ 7वीं कि लोग खुदा दे बेटियां दी राह वेंदे ने। वो यार कदों आण ते सानू इन्हां मुसीबतां विचों कड्ढण। ये 7 ब्लैसिंग जड़ियां ने, जिस तरह रोमियो 8:19 च लिखिਆ ना कि दुनिया खुदा दे बेटे बेटियां दी राह वेंदी है कि सानू मतलब है कि इन्हां चीज़ां तो कड्ढण। हाँ जी। ਤੇ ਹੋ ਠੀਕ ਹੈ ਜੀ। ਹੋਰ ਅਗਲਾ ਇੱਕ ਵੀ ਸਵਾਲ ਹੈਗਾ ਜੀ, ਤੇ ਪੌਲ ਕੀ ਕਹਿੰਦਾ ਹੈਗਾ ਆ ਟਾਈਡਿੰਗ ਦੇ ਬਾਰੇ, ਉਹਦਾ ਕੀ ਖਿਆਲ ਹੈ? ਹਾਲੇਲੂਇਆ। ਹਾਂਜੀ ਹਾਂਜੀ। ਤੇ ਦੇਖੋ ਜੀ ਪੌਲ ਇਹਨੂੰ ਦੂਸਰੇ 'ਚ ਹੀ ਕਰ ਲਓ ਤੇ ਅੱਛਾ। ਦੂਸਰੇ 'ਚ ਕਰ ਲਈਏ, ਠੀਕ ਹੈ ਜੀ। ਹਾਂਜੀ ਠੀਕ ਹੈ। ਕਿਆ ਕਿ ਪੌਲ ਵੀ ਟਾਈਡਿੰਗ ਦੇ ਬਾਰੇ 'ਚ ਕਹਿ ਰਿਹਾ ਇਹ ਹੀ ਇੱਕ ਪ੍ਰੋਬਲਮ ਬਣੀ ਹੈ ਕਿ ਜੀ ਉਹ ਰੋਮੀਓ 'ਚ ਲਿਖਿਆ ਹੈ, ਅਬਰਾਨੀਓ 'ਚ ਲਿਖਿਆ ਹੈ ਕਿ ਨੇਮ ਤੇ ਖਤਮ ਹੋ ਗਿਆ ਤੇ ਹੁਣ ਟਾਈਡਿੰਗ ਨਹੀਂ ਦੇਣੀ। ਹੁਣ ਅਸੀਂ ਇਹ ਬੜਾ ਅੱਛਾ ਸਵਾਲ ਕੀਤਾ ਹੈ ਕਿ ਜਿਹਦੇ ਮੱਥੇ ਇਹ ਗੱਲ ਲਾਉਂਦੇ ਆ ਕਿ ਜੀ ਉਹ ਅਬਰਾਨੀਆਂ 'ਚ ਰੋਮੀਆਂ 'ਚ ਲਿਖਿਆ ਕਿ ਨੇਮ ਖਤਮ ਹੋ ਗਿਆ, ਉਹ ਤੇ ਆਪ बोल के कह रहा है टाइडिंग दे मुतल्लिक। देखो एक हदीए नजराने शुकराने ते दसवंध, असी गल करांगे सिर्फ दसवंध दी कि उन्हें की समझाण दी कीती है मैनू तुहानू, और वो असली की कहना चाह रहा है कि दसवंध जिहड़ा है वो की है ते किनू देना चाहिए। गल तो ये है ना। बिल्कुल। हालेलुया। अगली रिकॉर्डिंग हाँ अगली रिकॉर्डिंग करते हैं जी, आप इतने फिनिश करते हैं। परमेश्वर पिता आपका शुक्र करते हैं अज जो भी असी पढ़िया आपके वचन के विचों, और वो साढ़े अंदर वस जाए और बहुत सारा पढ़ लेके आए तो पवित्र आत्मा द्वारा परमेश्वर पिता, और जो भी इसमें सुने वो बरकत पावे, और ये सारे वचन यीशु मसीह के पवित्र लोग विच ढकते हैं ताकि दुश्मन साढ़े मनां दे विचों साढ़े अंदरों ये चुरा ना सके परमेश्वर पिता। और ये सब कुछ मंगते हैं आप दे इकलौते पुत्र साढ़े मुक्तिदाता यीशु मसीह के नाम। आमीन।